ਹੈਲੋ ਡੀਅਰ ਸਟੂਡੈਂਟਸ, ਉਮੀਦ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣਾ ਔਰ ਆਪਣੀ ਸਟੱਡੀ ਦਾ ਖਾਸ ਧਿਆਨ ਰੱਖ ਰਹੇ ਹੋਵੋਗੇ। ਉਸੇ ਉਮੀਦ ਨਾਲ ਅਸੀਂ ਅੱਜ ਨਵਾਂ ਚੈਪਟਰ ਯਾਨੀ ਟਿਸ਼ੂ ਚੈਪਟਰ ਨੰਬਰ 6 ਸ਼ੁਰੂ ਕਰਾਂਗੇ, ਜਿਸ ਦਾ ਅਸੀਂ ਪਾਰਟ 1 ਪੜਾਂਗੇ ਔਰ ਇਸ ਦੇ ਵਿੱਚ ਇੰਟਰੋਡਕਸ਼ਨ ਕਰਾਂਗੇ ਕਿ ਟਿਸ਼ੂ ਕੀ ਹੁੰਦੇ ਨੇ ਔਰ ਇੱਕ ਮੈਰਿਸਮੈਟਿਕ ਜੋ ਹੁੰਦਾ ਹੈ ਟਿਸ਼ੂ, ਉਸ ਦੇ ਬਾਰੇ ਵੀ ਅਸੀਂ ਜਾਣਕਾਰੀ ਲਵਾਂਗੇ। ਜਿਵੇਂ ਕਿ ਅਸੀਂ ਪਿਛਲੇ ਚੈਪਟਰ ਵਿੱਚ ਪੜ੍ਹ ਚੁੱਕੇ ਹਾਂ ਕਿ ਜੋ ਸਾਡੇ ਸਰੀਰ ਹੁੰਦੇ ਨੇ, ਸਾਡੇ ਜੋ ਬੋਡੀਜ਼ ਨੇ, ਈਵਨ ਪਲਾਂਟਸ ਲੈ ਲਓ, ਐਨੀਮਲਸ ਲੈ ਲਓ, ਇਹ ਸਭ ਤੋਂ ਛੋਟੀ ਇਕਾਈ ਸੈਲਸ ਦੇ ਬਣੇ ਹੋਏ ਹੁੰਦੇ ਨੇ। ਸੋ ਸੈਲ ਜਿਹੜੇ ਹੁੰਦੇ ਨੇ ਸਾਡੇ ਸਰੀਰ ਦੀ ਸਭ ਤੋਂ ਛੋਟੀ ਇਕਾਈ ਆਲਮੋਸਟ ਮੰਨੀ ਜਾਂਦੀ ਹੈ, ਬਟ ਫਰਦਰ ਸੈਲਸ ਜਿਹੜੇ ਨੇ ਐਟਮਸ ਦੇ ਬਣੇ ਹੋਏ ਹੁੰਦੇ ਨੇ। ਓਕੇ, ਸੋ ਸੈਲ ਜਿਹੜੇ ਨੇ ਕਿਰਿਆਤਮਕ ਸਮੂਹ ਹੁੰਦੇ ਨੇ, ਇੱਕ ਬੇਸਿਕ ਯੂਨਿਟ ਆਫ ਲਾਈਫ ਹੁੰਦੀ ਆ। ਔਰ ਸੈਲ ਦੀ ਅਸੀਂ ਡੈਫੀਨੇਸ਼ਨ ਕਰ ਚੁੱਕੇ ਹਾਂ ਕਿ ਮੈਂਬਰੇਨ ਹੁੰਦੀ ਹੈ, ਇੱਕ ਕਵਰਡ ਸਟਰਕਚਰ ਆ ਇੱਕ, ਠੀਕ ਹੈ, ਜਿਹੜੀ ਸਾਡੇ ਸਰੀਰ ਲਈ, ਬੋਡੀ ਲਈ, ਲਾਈਫ ਲਈ ਬਹੁਤ ਜ਼ਰੂਰੀ ਹੁੰਦਾ। ਐਗਜ਼ਾਮਪਲ ਅਸੀਂ ਕੀਤੀਆਂ ਸੀ ਜਿਵੇਂ ਬੋਨ ਸੈਲ ਨੇ, ਬਲੱਡ ਸੈਲ ਨੇ, ਸਕਿਨ ਸੈਲ ਨੇ, ਨਰਵ ਸੈਲ ਨੇ। ਸੋ ਇਸੇ ਤਰ੍ਹਾਂ ਪਲਾਂਟ ਸੈਲ ਔਰ ਐਨੀਮਲ ਸੈਲ 'ਚ ਅਸੀਂ ਡਿਫਰੈਂਸ਼ੀਏਟ ਜੋ ਸੀਗਾ, ਜੋ ਇਹਨਾਂ 'ਚ ਫਰਕ ਸੀਗਾ, ਉਹ ਅਸੀਂ ਪ੍ਰੀਵੀਅਸ ਵੀਡੀਓਜ਼ ਜਿਹੜੀਆਂ ਸੈਲ ਵਾਲੇ ਚੈਪਟਰ ਸੀਗਾ ਉਹਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਇਹਨੂੰ ਕਰ ਚੁੱਕੇ ਸੀ। ਸੈੱਲਾਂ ਦੀ ਨੰਬਰਿੰਗ ਦੇ ਆਧਾਰ ਤੇ ਅਸੀਂ ਦੇਖਦੇ ਹਾਂ ਕਿ ਆਰਗੈਨਿਜ਼ਮ ਜਿਹੜੇ ਹੁੰਦੇ ਨੇ, ਜੀਵ ਹੁੰਦੇ ਨੇ, ਦੋ ਤਰੀਕੇ ਦੇ ਹੁੰਦੇ ਨੇ, ਯੂਨੀਸੈਲੂਲਰ ਔਰ ਮਲਟੀਸੈਲੂਲਰ। ਯੂਨੀਸੈਲੂਲਰ ਦਾ ਮਤਲਬ ਯਾਨੀ ਇੱਕ ਸੈਲੀ ਜੀਵ ਅਤੇ ਮਲਟੀਸੈਲੂਲਰ ਯਾਨੀ ਦੋ ਤੋਂ ਵੱਧ ਵੀ ਹੋ ਸਕਦਾ, ਯਾਨੀ ਬਹੁਸੈਲੀ ਜੋ ਜੀਵ ਹੁੰਦੇ ਨੇ ਉਹ ਮਲਟੀਸੈਲੂਲਰ ਆਰਗੈਨਿਜ਼ਮਸ ਹੁੰਦੇ ਨੇ। ਠੀਕ ਹੈ, ਸੋ ਇੱਥੋਂ ਤੁਸੀਂ ਯਾਦ ਰੱਖਣਾ ਯੂਨੀ ਮਤਲਬ 1 ਔਰ ਮਲਟੀ ਮਤਲਬ ਜ਼ਿਆਦਾ। ਸੋ ਆਓ ਅੱਗੇ ਕਰਦੇ ਹਾਂ, ਯੂਨੀਸੈਲੂਲਰ ਆਰਗੈਨਿਜ਼ਮਸ ਦੇ ਬਾਰੇ ਪੜ੍ਹਦੇ ਹਾਂ। ਯੂਨੀਸੈਲੂਲਰ ਆਰਗੈਨਿਜ਼ਮਸ ਆਰ ਲਿਵਿੰਗ ਐਂਟਿਟੀਜ਼ ਦੈਟ ਹੈਵ ਵਨ ਸੈਲ। ਠੀਕ ਹੈ, ਇਹਨਾਂ 'ਚ ਸਿਰਫ ਇੱਕ ਸੈੱਲ ਹੁੰਦਾ ਆ। ਸੋ ਇਹ ਕਿਹੜੇ ਸੈੱਲ ਵਾਲੇ ਜੀਵ ਆ ਗਏ? ਯੂਨੀ ਮਤਲਬ ਇੱਕ ਸੈਲੀ ਜੀਵ, ਯਾਨੀ ਯੂਨੀਸੈਲੂਲਰ ਆਰਗੈਨਿਜ਼ਮਸ। ਸੋ ਯੂਨੀਸੈਲੂਲਰ ਆਰਗੈਨਿਜ਼ਮਸ ਜਿਹੜੇ ਹੁੰਦੇ ਨੇ ਬੇਟਾ, ਜ਼ਿਆਦਾਤਰ ਇਹ ਪ੍ਰੋਕੈਰੀਓਟਿਕ ਜੀਵ ਵੀ ਕਹਿਲਾਏ ਜਾਂਦੇ ਨੇ। ਕਿਹੜੇ? ਪ੍ਰੋਕੈਰੀਓਟ। ਇਹਨਾਂ ਨੂੰ ਅਸੀਂ ਪ੍ਰੀਵੀਅਸ 'ਚ ਪੜ੍ਹ ਚੁੱਕੇ ਸੀ ਇਹਨਾਂ ਬਾਰੇ। ਔਰ ਅਗਰ ਕੁਝ ਐਗਜ਼ਾਮਪਲਸ ਦੇਖੀਏ ਤੇ ਤੁਸੀਂ ਤੇ ਕਿੰਨੀਆਂ ਸਾਰੀਆਂ ਪਿਕਚਰਸ ਦੇਖ ਸਕਦੇ ਹੋ। ਇਹਨਾਂ ਦੇ ਵਿੱਚ ਇਹ ਸਾਰੇ ਜੋ ਜੀਵ ਨੇ ਇਹ ਸਾਰੇ ਯੂਨੀਸੈਲੂਲਰ ਆਰਗੈਨਿਜ਼ਮਸ ਨੇ, ਮਤਲਬ ਦੇ ਆਰ ਮੇਡ ਆਫ ਓਨਲੀ ਵਨ ਸੈਲ, ਯਾਨੀ ਇੱਕ ਸਿੰਗਲ ਸੈਲ ਦੇ ਬਣੇ ਹੋਏ ਹੈਗੇ ਨੇ। ਸੋ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਆਉਂਦੀਆਂ ਨੇ, ਜਿਵੇਂ ਪੈਰਾਮੀਸ਼ੀਅਮ ਹੋ ਗਿਆ, ਅਮੀਬਾ ਹੋ ਗਿਆ, ਰਾਈਟ। ਸੋ ਕੁਝ ਐਗਜ਼ਾਮਪਲਸ ਅਸੀਂ ਦੇਖਦੇ ਹਾਂ, ਅਮੀਬਾ, ਯੂਗਲੀਨਾ, ਓਕੇ, ਪੈਰਾਮੀਸ਼ੀਅਮ ਔਰ ਬੈਕਟੀਰੀਆ ਯਾਨੀ ਜੀਵਾਣੂ। ਇਹ ਸਾਰੀਆਂ ਉਦਾਹਰਨਾਂ ਯੂਨੀਸੈਲੂਲਰ ਆਰਗੈਨਿਜ਼ਮਸ ਦੀਆਂ ਨੇ ਜਿਹੜੇ ਇੱਕ ਸੈਲੀ ਜੀਵ ਨੇ। ਅਮੀਬਾ ਤੁਹਾਨੂੰ ਪਤਾ ਇਹਦੇ ਝੂਠੇ ਪੈਰ ਹੁੰਦੇ ਨੇ, ਸੁਡੋਪੋਡੀਆ ਨੇਚਰ ਵਾਈਜ਼ ਹੈ, ਇਹਦਾ ਕੋਈ ਐਗਜ਼ੈਕਟ ਨਹੀਂ ਹੈਗਾ ਕਿਤੇ ਲੈਗ ਜਾਂ ਫੇਸ ਹੋਵੇ। ਠੀਕ ਹੈ, ਔਰ ਪੈਰਾਮੀਸ਼ੀਅਮ ਵੀ ਤੁਹਾਨੂੰ ਪਤਾ ਹੈ, ਔਰ ਅਮੀਬਾ ਔਰ ਪੈਰਾਮੀਸ਼ੀਅਮ ਵੀ ਇਹ ਸਾਰੇ ਜਿਹੜੇ ਜ਼ਿਆਦਾਤਰ ਦੋ ਹਿੱਸੇ 'ਚ ਵੰਡੇ ਜਾਂਦੇ ਨੇ ਜਦੋਂ ਫਿਸ਼ਨ ਹੁੰਦੀ ਹੈ ਇਹਨਾਂ ਦੀ। ਅੱਗੇ ਆਉਂਦੇ ਨੇ ਮਲਟੀ ਸੈਲੂਲਰ ਆਰਗੈਨਿਜ਼ਮਸ ਯਾਨੀ ਬਹੁ ਸੈਲੀ ਜੀਵ। ਇਹ ਉਹ ਜੀਵ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਤੋਂ ਵੱਧ ਸੈੱਲ ਮੌਜੂਦ ਹੁੰਦੇ ਨੇ। ਇੱਕ ਤੋਂ ਵੱਧ ਹੋ ਗਿਆ, ਦੋ ਹੋ ਗਏ, ਤਿੰਨ ਹੋ ਗਏ, ਚਾਰ ਹੋ ਗਏ, ਜਾਂ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਅਸੀਂ ਮਲਟੀਪਲ ਕੇਸਿਸ ਕਹਿ ਦਿੰਦੇ ਹਾਂ। ਇਸੇ ਕਰਕੇ ਇਹਨਾਂ ਦਾ ਨਾਮ ਆ ਗਿਆ ਮਲਟੀ ਸੈਲੂਲਰ। ਨਾਮ ਤੋਂ ਹੀ ਯਾਦ ਰੱਖਣਾ, ਮਲਟੀ ਸੈਲੂਲਰ ਆਰਗੈਨਿਜ਼ਮਸ। ਇਹ ਯੂਕੈਰੀਓਟਿਕ ਵੀ ਹੁੰਦੇ ਨੇ ਕਿਉਂਕਿ ਇਹ ਜ਼ਿਆਦਾ ਸੈੱਲਾਂ ਵਾਲੇ ਹੁੰਦੇ ਨੇ। ਜਿਵੇਂ ਐਗਜ਼ਾਮਪਲਸ ਕਰੀਏ ਅਸੀਂ ਕੁਝ ਪਿਕਚਰ ਦੇ ਅਕੋਰਡਿੰਗ ਦੇਖ ਸਕਦੇ, ਇਨਸੈਕਟ ਯਾਨੀ ਜਿਹੜੇ ਕੀਟ ਪਤੰਗੇ ਹੁੰਦੇ ਨੇ ਉਹ ਵੀ ਬਹੁਤ ਸਾਰੇ ਸੈੱਲਾਂ ਦੇ ਬਣੇ ਹੋਏ ਹੁੰਦੇ ਨੇ। ਈਵਨ ਅਸੀਂ ਹਿਊਮਨ ਬੋਡੀ, ਇਹ ਵੀ ਬਹੁਤ ਸਾਰੇ ਸੈੱਲਾਂ ਦੀ ਬਣੀ ਹੋਈ ਹੁੰਦੀ ਹੈ। ਸਾਡੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸੈੱਲਸ ਹੁੰਦੇ ਨੇ। ਔਰ ਪਲਾਂਟ ਬੋਡੀ ਯਾਨੀ ਪਲਾਂਟਸ ਜਿਹੜੇ ਨੇ ਉਹ ਵੀ ਮਲਟੀ ਸੈਲੂਲਰ ਆਰਗੈਨਿਜ਼ਮਸ ਆਉਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਸੈੱਲ ਪਾਏ ਜਾਂਦੇ ਨੇ। ਔਰ ਅਗਰ ਅਸੀਂ ਬੋਡੀ ਦੀ ਸਟਰਕਚਰ ਦੀ ਗੱਲ ਕਰੀਏ ਤੇ ਸਾਡੇ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਹੈ ਛੋਟਾ ਪਾਰਟ ਸੈੱਲ ਜਦੋਂ ਜੁੜਦੇ ਨੇ ਸੈੱਲਾਂ ਤੋਂ ਬਾਅਦ ਬਣਦਾ ਆ ਟਿਸ਼ੂ। ਇਹ ਲੈਵਲਸ ਕਰ ਰਹੇ ਹਾਂ ਅਸੀਂ। ਟਿਸ਼ੂਆਂ ਨੂੰ ਮਿਲ ਕੇ ਬਣਦਾ ਹੈ ਅੰਗ, ਤੇ ਅੰਗਾਂ ਨੂੰ ਬਹੁਤ ਸਾਰੇ ਅੰਗ ਜਦੋਂ ਮਿਲ ਜਾਂਦੇ ਨੇ ਤੇ ਉਹ ਬਣਾਉਂਦੇ ਨੇ ਅੰਗ ਪ੍ਰਣਾਲੀ। ਔਰ ਜਦੋਂ ਬਹੁਤ ਸਾਰੇ ਅੰਗ ਪ੍ਰਣਾਲੀ ਮਿਲ ਜਾਂਦੀਆਂ ਤੇ ਇੱਕ ਜੀਵ ਦਾ ਨਿਰਮਾਣ ਹੁੰਦਾ ਹੈ। ਸੋ ਸੈੱਲ ਤੋਂ ਬਾਅਦ ਟਿਸ਼ੂ, ਫਿਰ ਅੰਗ ਪ੍ਰਣਾਲੀ, ਫਿਰ ਜੀਵ।
ਸੋ ਇਹ ਇੱਕ ਫਲੋ ਚਾਰਟ ਦੇ ਵਾਂਗ ਹੈ, ਬਟ ਮੈਂ ਤੁਹਾਨੂੰ ਆਲਰੇਡੀ ਕਹਿ ਚੁੱਕੀ ਹਾਂ ਅਗਰ ਮੈਂ ਸੈੱਲ ਦਾ ਵੀ ਛੋਟਾ ਪਾਰਟ ਦੇਖਾਂ ਤੇ ਉਹ ਹੁੰਦਾ ਹੈ ਐਟਮ ਯਾਨੀ ਪਰਮਾਣੂ। ਹਰ ਇੱਕ ਚੀਜ਼ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣੀ ਆ, ਜਿਵੇਂ ਉਹਨੂੰ ਅਸੀਂ ਬੋਲਦੇ ਹਾਂ ਪਰਮਾਣੂ ਯਾਨੀ ਐਟਮਸ, ਔਰ ਐਟਮਸ ਮਿਲ ਕੇ ਬਣਦੇ ਨੇ ਮੋਲੀਕਿਊਲਸ, ਔਰ ਉਸ ਤੋਂ ਬਾਅਦ ਬਣਦੇ ਆ ਸੈੱਲ, ਸੈੱਲਾਂ ਤੋਂ ਬਾਅਦ ਬਣਦੇ ਆ ਟਿਸ਼ੂ, ਟਿਸ਼ੂ ਜੁੜ ਕੇ ਬਣਦੇ ਆ ਆਰਗਨਸ, ਔਰ ਆਰਗਨ ਤੋਂ ਆਰਗਨ ਸਿਸਟਮ ਤੇ ਆਰਗੈਨਿਜ਼ਮ ਮਤਲਬ ਜੀਵ ਬਣਦਾ। ਬਟ ਬੇਸਿਕਲੀ ਆਪਾਂ ਅਗਰ ਨਾਰਮਲ ਗੱਲ ਕਰੀਏ ਤੇ ਆਪਾਂ 4 ਪਾਰਟ ਲੈ ਲੈਂਦੇ ਆ ਕਿ ਸਾਡੇ ਆਰਗੇਨਾਈਜੇਸ਼ਨ ਦੇ ਜਿਹੜੇ ਮੇਨ 4 ਪਾਰਟਸ ਨੇ ਉਹ ਕਿਹੜੇ ਹਿੱਸੇ ਨੇ। ਪਹਿਲਾ ਲੈਵਲ ਆਂਦਾ ਸੈਲਸ, ਦੂਸਰਾ ਲੈਵਲ ਆਂਦਾ ਟਿਸ਼ੂ, ਤੀਸਰਾ ਆਂਦਾ ਅੰਗ ਯਾਨੀ ਆਰਗਨ, ਔਰ ਚੌਥਾ ਆਂਦਾ ਆਰਗਨ ਸਿਸਟਮ ਯਾਨੀ ਅੰਗ ਪ੍ਰਣਾਲੀ। ਸੋ ਇਹ ਤੁਸੀਂ ਇੱਕ ਐਜ਼ ਅ ਲੈਵਲਸ ਯਾਦ ਰੱਖਣੇ। ਸੋ ਸਭ ਤੋਂ ਪਹਿਲਾਂ ਸੈੱਲ ਹੁੰਦੇ ਨੇ, ਟਿਸ਼ੂਜ਼, ਫਿਰ ਆਰਗਨਸ, ਫਿਰ ਆਰਗਨ ਸਿਸਟਮ। ਨਾਓ ਅਸੀਂ ਇਹਨਾਂ ਦੇ ਬਾਰੇ ਥੋੜਾ ਡਿਟੇਲ ਚ ਕਰਦੇ ਹਾਂ। cells are the body's smallest functional units, they are grouped together to form tissues। ਕਹਿੰਦਾ ਸੈੱਲ ਜਿਹੜੇ ਨੇ ਸਾਡੀ ਬੋਡੀ ਦੇ ਸਭ ਤੋਂ ਛੋਟੀ ਇਕਾਈ ਹੁੰਦੀ ਹੈ, ਔਰ ਜਦੋਂ ਸੈੱਲ ਜੁੜਦੇ ਨੇ ਉਹ ਖਾਸ ਕੰਮ ਕਰਨ ਦੇ ਲਈ, ਜਿਵੇਂ ਬਲੱਡ ਦੇ ਸੈਲਸ ਨੇ, ਮਸਲਸ ਦੇ ਸੈਲ ਨੇ, ਤੇ ਉਹ ਇੱਕ ਗਰੁੱਪ ਆਫ ਸੈਲਸ ਆਰ ਨੋਨ ਐਜ਼ ਟਿਸ਼ੂ। ਨਾਓ ਕਹਿੰਦਾ ਟਿਸ਼ੂਜ਼ ਦੀ ਅਗਰ ਸਟੱਡੀ ਕਰਦੇ ਆ ਜਿਵੇਂ ਡਾਕਟਰਸ ਵਗੈਰਾ ਜਾਂ ਜੋ ਪੜ੍ਹਦੇ ਆ, ਇਹਦੀ ਸਟੱਡੀ ਨੂੰ ਅਸੀਂ ਬੋਲਦੇ ਹਿਸਟੋਲੋਜੀ। So study of tissues is called histology. Now what are tissues? ਕਹਿੰਦਾ tissue is a collection of cells। ਅਗਰ ਮੇਰੇ ਕੋਲ ਇੱਕ ਤਰ੍ਹਾਂ ਦਾ ਸੈੱਲ ਆ, ਠੀਕ ਹੈ, ਇੱਕ ਸੈੱਲ ਆ, ਠੀਕ ਹੈ, ਬਲੱਡ ਦਾ ਇੱਕ ਸੈੱਲ ਆ, ਅਗਰ ਬਹੁਤ ਸਾਰੇ ਸੈੱਲ ਹੋ ਜਾਣ ਤਾਂ ਇੱਕ ਤਰ੍ਹਾਂ ਦਾ ਕੰਮ ਕਰਨਗੇ। ਜਿਵੇਂ ਮੇਰੇ ਕੋਲ ਇੱਕ ਵਾਈਟ ਬਲੱਡ ਸੈੱਲ ਆ ਤੇ ਬਹੁਤ ਸਾਰੇ ਵਾਈਟ ਬਲੱਡ ਸੈਲਸ ਆ ਤੇ ਮੇਰੇ ਕੋਲ ਇੱਕ ਟਿਸ਼ੂ ਆ ਜਾਏਗਾ। ਸੋ ਉਹ ਆ ਜਾਏਗਾ ਮੇਰੇ ਕੋਲ ਟਿਸ਼ੂ। ਸੋ ਟਿਸ਼ੂ ਇਜ਼ ਸਿੰਪਲੀ what? The group of cells that performs a specific function, ਜਿਹੜੇ ਖਾਸ ਕੰਮ ਕਰਦੇ ਆ। ਜਿਵੇਂ ਅਗਰ ਅਸੀਂ ਜੀਵਾਂ ਦੀ ਗੱਲ ਕਰੀਏ, ਐਨੀਮਲ ਟਿਸ਼ੂਜ਼ ਦੀ ਗੱਲ ਕਰੀਏ, ਅਸੀਂ ਆਪਣੇ ਟਿਸ਼ੂ ਲੈ ਲਈਏ, ਬਲੱਡ ਦੇ ਟਿਸ਼ੂ, ਬਲੱਡ ਮੇਰਾ ਕੀ ਆ? ਟਿਸ਼ੂ ਆ, ਠੀਕ ਹੈ। ਐਪੀਥੈਲੀਅਲ ਮਤਲਬ ਸਕਿਨ ਦਾ ਟਿਸ਼ੂ ਆ। ਮਸਲਸ, ਮੇਰੀ ਮਸਲਸ ਵੀ ਇੱਕ ਟਿਸ਼ੂਜ਼ ਆ। ਕਨੈਕਟਿਵ ਟਿਸ਼ੂਜ਼ ਜਿਹੜੇ ਜੋੜ ਕੇ ਰੱਖਦੇ ਆ, ਜਿਵੇਂ ਲਿਗਾਮੈਂਟ ਹੋ ਗਏ, ਟੈਂਡਨਸ ਵਗੈਰਾ ਹੋ ਗਏ। ਕਾਰਟਿਲੇਜ, ਕਾਰਟਿਲੇਜ ਵੀ ਸਾਡੀ ਬੋਨਸ ਦੇ ਵਿੱਚ ਹੁੰਦੀਆਂ ਨੇ, ਜਿਹੜੀ ਉਹਨੂੰ ਫਲੈਕਸੀਬਿਲਿਟੀ ਪ੍ਰੋਵਾਈਡ ਕਰਦੀਆਂ ਨੇ, ਠੀਕ ਹੈ। ਸੋ ਐਡੀਪੋਜ਼ ਟਿਸ਼ੂਜ਼ ਉਹ ਹੋ ਜਾਂਦੇ ਬੇਟਾ ਜਿਸ 'ਚ ਫੈਟਸ ਵਗੈਰਾ ਕੰਬਾਈਨ ਹੁੰਦੀ ਆ। ਨਰਵਸ ਟਿਸ਼ੂਜ਼ ਤੁਹਾਨੂੰ ਪਤਾ ਆ, ਨਰਵ ਸੈੱਲ ਜਿਹੜੇ ਸਾਡੇ ਨਾੜੀ ਸੈੱਲ ਹੁੰਦੇ ਆ, ਤੇ ਬੋਨ ਟਿਸ਼ੂਜ਼ ਜਿਹੜੇ ਸਾਡੀ ਬੋਨਸ ਦੇ ਵਿੱਚ ਹੁੰਦੇ ਆ। ਸੋ ਇਸ ਤੋਂ ਵੀ ਇਲਾਵਾ ਆਪਾਂ ਕਹਿ ਸਕਦੇ ਕਿ ਸਾਡੇ ਇਹ ਜ਼ਿਆਦਾਤਰ ਜਿਹੜੇ ਮੈਕਸਿਮਮ ਆ ਗਏ ਐਨੀਮਲ ਟਿਸ਼ੂਜ਼, ਇਹ ਬਹੁਤ ਸਾਰੇ ਅਲੱਗ-ਅਲੱਗ ਹਰ ਟਿਸ਼ੂ ਦਾ ਆਪਣਾ ਕੰਮ ਹੁੰਦਾ ਹੈ। ਟਿਸ਼ੂ ਕੀ ਆ? ਸਿੰਪਲ ਕਲੈਕਸ਼ਨ ਯਾਨੀ ਗਰੁੱਪ ਆਫ ਸੈਲਸ ਦੈਟ ਪਰਫਾਰਮਸ a specific role or a specific function in our body। ਜਿਵੇਂ ਸਾਡੇ ਐਨੀਮਲਸ ਔਰ ਜੀਵਾਂ ਦੇ ਵਿੱਚ ਟਿਸ਼ੂਜ਼ ਹੁੰਦੇ ਨੇ, ਉੱਦਾਂ ਹੀ ਪਲਾਂਟਸ ਦੇ ਵਿੱਚ ਵੀ ਤੇ ਹੋਏਗਾ। ਸੋ ਅੱਗੇ ਕਰਦੇ ਹਾਂ। ਪਲਾਂਟ ਦੇ ਤੁਸੀਂ ਇੱਥੇ ਪਾਰਟਸ ਦੇਖ ਸਕਦੇ ਹੋ, ਉੱਪਰ ਫਲਾਵਰ ਹੈ, ਲੀਵ ਹੈ, ਸਟੈਮ ਆ, ਰੂਟਸ ਹੈ। ਸੋ ਇਹੀ ਸਭ ਵਾਧਾ ਔਰ ਇਹਨਾਂ ਦੇ ਜੋ ਕੰਮ ਹੁੰਦੇ ਨੇ, ਜਿਵੇਂ ਪਾਣੀ ਲੈਂਦੇ ਨੇ, ਜੜ੍ਹਾਂ ਤੋਂ ਪਾਣੀ ਲੈਂਦੇ ਨੇ, ਪਹੁੰਚਾਉਂਦੇ ਨੇ ਉੱਪਰ ਤੱਕ, ਪਲਾਂਟ ਦਾ ਵਾਧਾ ਹੁੰਦਾ, ਪੱਤੇ ਗਰੋ ਕਰਦੇ ਨੇ, ਪੱਤੇ ਝੜਦੇ ਨੇ, ਨਵੇਂ ਪੱਤੇ ਆਉਂਦੇ ਨੇ। ਸੋ ਬਹੁਤ ਖਾਣਾ ਬਣਾਉਂਦੇ ਨੇ, ਸਪੈਸ਼ਲੀ ਫੋਟੋਸਿੰਥੇਸਿਸ ਪ੍ਰੋਸੈਸ ਦੇ ਵਿੱਚ। ਸੋ ਇਹ ਸਾਰੇ ਪ੍ਰੋਸੈਸਿਸ ਦੇ ਵਿੱਚ ਬਹੁਤ ਸਾਰੇ ਸੈਲਸ ਕੰਮ ਕਰਦੇ ਨੇ, ਔਰ ਸੈਲਸ ਦਾ ਗਰੁੱਪ ਕੀ ਕਹਿਲਾਂਦਾ? ਟਿਸ਼ੂ। ਅਗਰ ਮੈਂ ਪਲਾਂਟਸ ਤੇ ਐਨੀਮਲਸ ਦੇ ਵਿੱਚ ਗੱਲ ਕਰਾਂ ਤੇ ਪਲਾਂਟਸ ਚੱਲ ਫਿਰ ਨਹੀਂ ਸਕਦੇ, ਬਟ ਐਨੀਮਲਸ ਚੱਲ ਫਿਰ ਸਕਦੇ ਨੇ। ਸੋ ਇਸੇ ਕਰਕੇ ਇਹਨਾਂ ਦੋਨਾਂ ਦੇ ਟਿਸ਼ੂ 'ਚ ਥੋੜ੍ਹਾ ਬਹੁਤ ਡਿਫਰੈਂਸ ਜ਼ਰੂਰ ਹੁੰਦਾ ਹੈ। ਸੋ ਡੈਡ ਟਿਸ਼ੂ ਜ਼ਿਆਦਾਤਰ ਪਲਾਂਟਸ ਦੇ ਵਿੱਚ ਹੋ ਸਕਦੇ ਹੁੰਦੇ ਨੇ, ਔਰ ਐਨੀਮਲਸ ਦੇ ਵਿੱਚ ਸਾਰੇ ਦੇ ਸਾਰੇ ਟਿਸ਼ੂਜ਼ ਜਿਹੜੇ ਨੇ ਲਿਵਿੰਗ ਟਿਸ਼ੂਜ਼ ਹੁੰਦੇ ਨੇ, ਡੈਡ ਟਿਸ਼ੂਜ਼ ਨਹੀਂ ਪਾਏ ਜਾਂਦੇ। ਪਲਾਂਟਸ ਦੀ ਗੱਲ ਕਰੀਏ ਤੇ ਡਿਵਾਈਡਿੰਗ ਤੇ ਨਾਨ ਡਿਵਾਈਡਿੰਗ ਟਿਸ਼ੂਜ਼ ਹੁੰਦੇ ਨੇ। ਮਤਲਬ ਡਿਵਾਈਡਿੰਗ ਉਹ ਜਿਹੜੇ ਸਾਰੀ ਉਮਰ ਵਾਧਾ ਕਰਦੇ ਰਹਿੰਦੇ ਨੇ, ਪਰ ਐਨੀਮਲਸ ਦੇ ਵਿੱਚ ਇੱਦਾਂ ਨਹੀਂ ਹੁੰਦਾ ਕਿ ਹਰ ਟਾਈਮ ਵਾਧਾ ਹੋ ਜਾਏ। ਉਹਨਾਂ ਦਾ ਇੱਕ ਫਿਕਸਡ ਟਾਈਮ ਹੁੰਦਾ ਹੈ ਐਨੀਮਲਸ ਦੇ ਵਿੱਚ ਕਿ ਜਿੱਥੋਂ ਤੱਕ ਵਾਧਾ ਰੁਕ ਜਾਂਦਾ। ਸੋ ਡਿਵਾਈਡਿੰਗ ਟਿਸ਼ੂਜ਼ ਐਨੀਮਲਸ ਦੇ ਵਿੱਚ ਨਹੀਂ ਪਾਏ ਜਾਂਦੇ। ਸੋ ਉਹਨਾਂ ਦੇ ਵਿੱਚ ਅਗਰ ਗੱਲ ਕਰੀਏ ਪਲਾਂਟਸ ਤੇ ਐਨੀਮਲਸ ਦੇ ਵਿੱਚ ਸਿੰਪਲੀ ਕਿ ਡੈਡ ਟਿਸ਼ੂਜ਼ ਹੁੰਦੇ ਨੇ ਪਲਾਂਟਸ ਦੇ ਵਿੱਚ, ਐਨੀਮਲਸ 'ਚ ਨਹੀਂ ਹੁੰਦੇ। ਐਨੀਮਲਸ ਦੇ ਕੁਝ ਐਕਸਟਰਾ ਟਿਸ਼ੂਜ਼ ਹੁੰਦੇ ਨੇ ਜਿਹੜੇ ਉਹਨਾਂ ਨੂੰ ਮੋਟਾਈਲ ਚੱਲਣ ਫਿਰਨ ਦੇ ਵਿੱਚ ਮਦਦ ਕਰਦੇ ਨੇ, ਪਰ ਪਲਾਂਟਸ ਦੇ ਡੈਡ ਟਿਸ਼ੂਜ਼ ਉਹਨਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦਿੰਦੇ ਨੇ ਪਲਾਂਟਸ ਦੇ ਵਿੱਚ ਰਹਿਣ ਦੇ ਲਈ, ਮਤਲਬ ਸੋਇਲ ਦੇ ਵਿੱਚ ਜਕੜਨ ਦੇ ਲਈ। ਸੋ ਅੱਗੇ ਆਉਂਦੇ ਆ ਪਲਾਂਟ ਟਿਸ਼ੂ ਯਾਨੀ ਪੌਦਾ ਟਿਸ਼ੂ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ 'ਚ ਡਿਵਾਈਡਿੰਗ ਤੇ ਨਾਨ ਡਿਵਾਈਡਿੰਗ ਟਿਸ਼ੂਜ਼ ਹੁੰਦੇ ਨੇ। ਪਲਾਂਟ ਟਿਸ਼ੂਜ਼ ਕੈਨ ਬੀ ਕਲਾਸੀਫਾਈਡ ਐਜ਼ ਗਰੋਇੰਗ, ਜਿਹੜੇ ਹਰ ਟਾਈਮ ਵੱਧ ਸਕਦੇ ਨੇ, ਡਿਵਾਈਡ ਕਰਦੇ ਜਾਂਦੇ ਨੇ, ਉਹਨਾਂ ਨੂੰ ਅਸੀਂ ਬੋਲਦੇ ਹਾਂ ਮੈਰਿਸਟਮੈਟਿਕ ਟਿਸ਼ੂ। ਔਰ ਇੱਕ ਹੁੰਦੇ ਨੇ ਪਰਮਾਨੈਂਟ ਟਿਸ਼ੂ। ਮੈਰਿਸਟਮੈਟਿਕ ਮਤਲਬ ਅਸਥਾਈ ਟਿਸ਼ੂ ਤੇ ਪਰਮਾਨੈਂਟ ਮਤਲਬ ਸਥਾਈ ਟਿਸ਼ੂ।
ਸੋ ਅੱਗੇ ਅਸੀਂ ਪਹਿਲਾਂ ਕਰਦੇ ਹਾਂ ਮੈਰਿਸਟਮੈਟਿਕ ਟਿਸ਼ੂ ਦੇ ਬਾਰੇ, ਜਿਸ ਨੂੰ ਅਸੀਂ ਬੋਲਦੇ ਹਾਂ ਅਸਥਾਈ ਟਿਸ਼ੂ। ਕਹਿੰਦੇ these tissues are found at the ends of the roots and stems। ਕਹਿੰਦੇ ਇਹ ਵਾਲੇ ਜਿਹੜੇ ਟਿਸ਼ੂਜ਼ ਹੁੰਦੇ ਨੇ ਜ਼ਿਆਦਾਤਰ ਕਿੱਥੇ ਹੁੰਦੇ ਨੇ, ਜਾਂ ਤੇ ਜੜ੍ਹਾਂ ਦੀ ਨੁਕੀਲੀ ਜਿਹੜੀ ਨਿਕਲੀ ਹੁੰਦੀ ਹੈ, ਜਾਂ ਬਿਲਕੁਲ ਟੌਪ ਦੇ ਉੱਤੇ, ਸਟੈਮ ਦੇ ਉੱਤੇ, ਠੀਕ ਹੈ, ਤਾਂ ਕਿ ਉੱਥੋਂ ਵਾਧਾ ਕਰਦੇ ਨੇ। ਸੋ ਜ਼ਿਆਦਾਤਰ ਇਹ ਅਸਥਾਈ ਟਿਸ਼ੂ ਹੁੰਦੇ ਨੇ ਮੈਰਿਸਟਮੈਟਿਕ ਟਿਸ਼ੂਜ਼। ਕਲੀਅਰ ਹੈ ਬੇਟਾ? ਸੋ ਟਿਸ਼ੂਜ਼ ਕਿੱਥੇ ਪਾਏ ਜਾਂਦੇ ਨੇ? ਰੂਟਸ ਦੇ ਉੱਤੇ ਔਰ ਜ਼ਿਆਦਾਤਰ ਸਟੈਮਸ ਦੇ ਉੱਤੇ। ਸੋ ਮੈਰਿਸਟਮੈਟਿਕ ਟਿਸ਼ੂ ਕਿਹੜੇ ਪਾਰਟਸ ਤੇ ਹੁੰਦੇ ਨੇ? ਗਰੋਇੰਗ ਪਾਰਟਸ ਦੇ ਉੱਤੇ। ਹੁਣ ਤੁਹਾਨੂੰ ਪਤਾ ਹੈ ਕਿ ਨੀਚੇ ਨੂੰ ਜੜ੍ਹਾਂ ਗਰੋ ਕਰਦੀਆਂ ਨੇ ਤੇ ਸਟੈਮ ਉੱਪਰਲੀ ਟੌਪ ਜਿਹੜੀ ਉਹ ਹਮੇਸ਼ਾ ਉੱਪਰ ਨੂੰ ਗਰੋ ਕਰਦੀ ਹੈ ਸਿੱਧੀ। ਸੋ ਜਿਸ ਦਾ ਮਤਲਬ ਹੈ ਇਹ ਜ਼ਿਆਦਾਤਰ ਐਪੈਕਸ ਤੇ ਹੁੰਦੇ ਨੇ, ਟੌਪ ਤੇ ਹੁੰਦੇ ਨੇ, ਜਾਂ ਤੇ ਲੋਅਰ ਟੌਪ ਤੇ ਜਾਂ ਅਪਰ ਟੌਪ ਤੇ। ਸੋ ਕੁਝ ਹੋਰ ਵੀ ਮੈਰਿਸਟਮੈਟਿਕ ਟਿਸ਼ੂਜ਼ ਹੁੰਦੇ ਨੇ, ਸੋ ਆਪਾਂ ਇਹਨੂੰ ਡਿਟੇਲ ਵਿੱਚ ਕਰਾਂਗੇ, ਬਟ ਉਸ ਤੋਂ ਪਹਿਲੇ ਅਸੀਂ ਪੜ੍ਹਦੇ ਹਾਂ ਕਿ ਜੋ ਮੈਰਿਸਟਮੈਟਿਕ ਟਿਸ਼ੂ ਦਾ ਨਾਮ ਇਸ ਤਰ੍ਹਾਂ ਕਿਉਂ ਪਿਆ। ਸੋ ਕਹਿੰਦਾ ਜਿਹੜਾ ਮੈਰਿਸਟਮੈਟਿਕ ਟਿਸ਼ੂ ਹੈ ਇਹਦਾ ਓਰੀਜਨਲ ਜੋ ਨੇਮ ਹੁੰਦਾ ਹੈ ਉਹ ਇੱਕ ਵਰਡ ਲਿੱਤਾ ਗਿਆ ਹੈ, ਯਾਨੀ ਇਹਦਾ ਨਾਮ ਦੇਖੋ ਮੈਰਿਸਟਮੈਟਿਕ, MERISTEMATIC। ਅਗਰ ਇਹਨੂੰ ਤੋੜੀਏ ਤੇ ਇਹ ਬਣ ਜਾਏਗਾ ਮੈਰੀਸਟੋਸ। ਮੈਰੀਸਟੋਸ। ਨਾ ਵਟ ਇਜ਼ ਮੈਰੀਸਟੋਸ? ਕਹਿੰਦਾ ਮੈਰੀਸਟੋਸ ਇੱਕ ਗ੍ਰੀਕ ਭਾਸ਼ਾ ਦਾ ਵਰਡ ਆ ਜਿਸ ਦਾ ਮਤਲਬ ਹੈ ਡਿਵਾਈਡਡ, ਵੰਡਿਆ ਜਾਣ ਵਾਲਾ, ਠੀਕ ਹੈ। ਸੋ ਇਹਨੇ ਵੰਡੀ ਜਾਣਾ, ਭਾਵੇਂ ਇਹਨੂੰ ਕੱਟ ਦੋ ਤੁਸੀਂ, ਉੱਪਰੋਂ ਜਿਹੜਾ ਕੱਟ ਦੋ ਇਹਨੇ ਫਿਰ ਗਰੋ ਕਰ ਲੈਣਾ। ਸੋ ਅਨਸਪੈਸ਼ਲਾਈਜ਼ਡ ਸੈਲਸ ਹੁੰਦੇ ਨੇ ਜਿਹੜੇ ਆਪਣੇ ਸਾਰੀ ਉਮਰ ਤਾਉਮਰ ਆਪਣੇ ਆਪ ਨੂੰ ਵਾਧਾ ਕਰਦੇ ਰਹਿੰਦੇ ਨੇ ਨਵੇਂ ਸੈਲਸ ਦੇ ਵਿੱਚ। ਸੋ ਮੈਰਿਸਟੈਮਸ ਇਜ਼ ਦਾ ਰੀਜ਼ਨ ਵੇਅਰ ਮੈਰਿਸਟਮੈਟਿਕ ਸੈਲਸ ਡਵੈਲ ਮਤਲਬ ਪੈਦਾ ਹੋਣਾ, ਠੀਕ ਹੈ, ਰਹਿਣਾ। ਸੋ ਮੈਰਿਸਟਮੈਟਿਕ ਟਿਸ਼ੂਜ਼ ਆਰ ਯੂਜ਼ਲੀ ਫਾਊਂਡ ਐਟ ਦ ਐਪੈਕਸ ਆਫ ਰੂਟ ਐਂਡ ਸ਼ੂਟ। ਤੁਹਾਨੂੰ ਹੁਣੇ ਦੱਸ ਕੇ ਹਟੀਆਂ ਕਿ ਜਿਹੜੀ ਰੂਟ ਹੁੰਦੀ ਹੈ, ਸਭ ਤੋਂ ਜਿਹੜੀ ਜੜ ਆ ਨੀਚੇ ਵਾਲੀ, ਬਿਲਕੁਲ ਉਹਦੀ ਟਿਪਸ ਜਿਹੜੀਆਂ ਹੁੰਦੀਆਂ ਨੇ ਉੱਥੇ ਇਹ ਟਿਸ਼ੂ ਲਾਈ ਕਰਦਾ ਆ, ਔਰ ਜਿਹੜੀਆਂ ਇਸ ਤਰ੍ਹਾਂ ਸ਼ੂਟ ਸਿਸਟਮ ਦੇ ਸਭ ਤੋਂ ਉੱਪਰਲੀ ਜਿਹੜੀ ਸ਼ੂਟ ਦੀ ਬਿਲਕੁਲ ਐਂਡਿੰਗ ਪੁਆਇੰਟ ਆ ਉੱਥੇ ਇਹ ਟਿਸ਼ੂ ਤੁਹਾਨੂੰ ਮਿਲ ਸਕਦਾ। ਸੋ ਇਸ ਦਾ ਨਾਮ ਕੀ ਹੈ? ਮੈਰਿਸਟਮੈਟਿਕ ਟਿਸ਼ੂ, ਯਾਨੀ ਅਸਥਾਈ ਟਿਸ਼ੂ। ਅਸਥਾਈ ਮਤਲਬ ਜਿਹਦੀ ਕੋਈ ਫਿਕਸੇਸ਼ਨ, ਕੋਈ ਵੈਲਿਊ ਨਹੀਂ, ਮਤਲਬ ਟਾਈਮ ਨਹੀਂ ਹੈ, ਹਰ ਟਾਈਮ ਵੱਧ ਸਕਦਾ, ਹਰ ਟਾਈਮ ਹੁੰਦਾ। ਸੋ ਦੇਰ ਆਰ 3 ਟਾਈਪਸ ਆਫ ਮੈਰਿਸਟੈਮਸ, ਯਾਨੀ 3 ਤਰ੍ਹਾਂ ਦੇ ਜਿਹੜੇ ਇਹ ਟਿਸ਼ੂ ਹੁੰਦੇ ਨੇ। ਐਪੀਕਲ, ਨੈਕਸਟ ਹੈ ਜੀ ਲੇਟਰਲ, ਔਰ ਥਰਡ ਹੈ ਇੰਟਰਕੈਲਰੀ। ਸੋ ਕਿਵੇਂ ਯਾਦ ਕਰਨਾ? ਐਪੀਕਲ, A ਫॉर ਐਪੈਕਸ, ਸਭ ਤੋਂ ਟੌਪ ਤੇ ਐਪੀਕਲ, ਵਿਚਕਾਰ ਜੇ ਜਾਂ ਕਿਤੇ ਵੀ ਮੈਂ ਤੁਹਾਨੂੰ ਦੱਸਾਂਗੀ ਡਿਟੇਲ ਦੇ ਵਿੱਚ। ਇੰਟਰਕੈਲਰੀ, ਉਸ ਤੋਂ ਬਾਅਦ ਆਉਂਦਾ ਆ ਰਾਈਟ ਲੇਟਰਲ ਮੈਰਿਸਟਮੈਟਿਕ ਟਿਸ਼ੂ। ਸੋ 3 ਤਰ੍ਹਾਂ ਦੇ ਜਿਹੜੇ ਮੈਰਿਸਟਮੈਟਿਕ ਟਿਸ਼ੂਜ਼ ਹੁੰਦੇ ਨੇ। ਸੋ ਆਓ ਕਰਦੇ ਹਾਂ। ਐਪੀਕਲ ਮੈਰਿਸਟਮੈਟਿਕ ਮਤਲਬ ਸਿਖਰੀ, ਸਿਖਰ ਤੇ, ਚਾਹੇ ਉੱਪਰ ਹੋਏਗਾ ਚਾਹੇ ਨੀਚੇ ਹੋਏਗਾ, ਚਾਹੇ ਰੂਟ ਤੇ ਹੋਏਗਾ ਚਾਹੇ ਸਟੈਮ ਤੇ ਹੋਏਗਾ। ਔਰ ਇੰਟਰਕੈਲਰੀ ਹੁੰਦਾ ਯਾਨੀ ਅੰਤਰਵੇਸੀ, ਔਰ ਲੇਟਰਲ ਮੈਰਿਸਟੈਮ ਯਾਨੀ ਬਗਲੀ, ਜਿਹੜੀ ਸਾਈਡ ਤੇ, ਬਗਲ ਆਪਾਂ ਬੋਲਦੇ ਹਾਂ ਸਾਈਡ ਤੇ। ਹੁਣ ਜਿਹੜਾ ਸਿਖਰੀ ਹੁੰਦਾ ਆ ਉਸ ਨੂੰ ਗਰੋਇੰਗ ਟਿਸ਼ੂ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਉਸ ਦੇ ਕਾਰਨ ਸਿਖਰਾਂ ਤੇ ਆ, ਚਾਹੇ ਸ਼ੂਟ ਤੇ ਆ, ਸਭ ਤੋਂ ਉੱਪਰ ਆ ਤਣੇ ਤੇ ਆ, ਚਾਹੇ ਰੂਟ ਤੇ, ਜੜ ਤੇ, ਉਸ ਦੇ ਨਾਲ ਕੀ ਹੋਏਗਾ? ਵਾਧਾ ਹੁੰਦਾ ਹੈ ਉੱਪਰ ਨੂੰ, ਠੀਕ ਹੈ, ਔਰ ਹੇਠਾਂ ਨੂੰ ਜੜਾਂ ਵੱਲ ਵੀ। ਔਰ ਇਸੇ ਤਰ੍ਹਾਂ ਜਿਹੜਾ ਅੰਤਰਵੇਸ਼ੀ ਇੰਟਰਕੈਲਰੀ ਉਹ ਹੁੰਦਾ ਹੈ ਨੋਡਸ ਦੇ ਉੱਤੇ, ਜਿੱਥੇ ਪੱਤੇ ਜਾਂ ਕੋਈ ਹੋਰ ਟਾਹਣੀ ਅਟੈਚ ਹੁੰਦੀ ਹੈ ਤਾਂ ਕਿ ਉਹਨੂੰ ਮਜ਼ਬੂਤੀ ਦੇ ਸਕੇ। ਔਰ ਲੇਟਰਲ ਯਾਨੀ ਜਿਹੜਾ ਬਗਲੀ ਹੁੰਦਾ ਅਸਥਾਈ ਟਿਸ਼ੂ, ਉਹ ਹਮੇਸ਼ਾ ਮੋਟਾਈ ਦਿੰਦਾ ਹੈ, ਕਿਸ ਨੂੰ? ਪੌਦੇ ਨੂੰ। ਕਲੀਅਰ? ਸੋ ਪੌਦੇ ਨੂੰ ਮੋਟਾਈ ਦੇਣ ਦੇ ਵਿੱਚ ਉਸ ਨੂੰ ਰੱਖਦਾ ਹੈ ਬਗਲੀ ਟਿਸ਼ੂ। ਸੋ ਇਹ ਆ ਜਾਏਗਾ ਤੁਹਾਡਾ 3 ਤਰ੍ਹਾਂ ਦੇ ਮੈਰਿਸਟਮੈਟਿਕ ਟਿਸ਼ੂ। ਐਪੀਕਲ, ਠੀਕ ਹੈ, ਨੈਕਸਟ ਆਉਂਦਾ ਇੰਟਰਕੈਲਰੀ, ਔਰ ਥਰਡ ਆਉਂਦਾ ਤੁਹਾਡਾ ਲੈਟਰਲ ਮੈਰਿਸਟਮ। ਕਲੀਅਰ ਹੈ ਸਾਰਿਆਂ ਨੂੰ? ਸੋ ਫਰਸਟ ਆ ਗਿਆ ਐਪੀਕਲ। ਐਪੀਕਲ ਆਪਾਂ ਕਰ ਚੁੱਕੇ ਹਾਂ ਸਿਖਰੀ। ਇੰਟਰਕੈਲਰੀ ਅਸੀਂ ਪੜ੍ਹਿਆ ਅੰਤਰਵੇਸੀ, ਔਰ ਥਰਡ ਆ ਜਾਏਗਾ ਲੈਟਰਲ ਯਾਨੀ ਜੋ ਬਗਲੀ ਸਾਡੇ ਕੋਲ ਆ ਜਾਏਗਾ ਮੈਰਿਸਟਮ, ਯਾਨੀ ਅਸਥਾਈ ਟਿਸ਼ੂ। ਸੋ 3 ਤਰ੍ਹਾਂ ਦੇ ਅਸਥਾਈ ਟਿਸ਼ੂ ਨੇ। ਅਸੀਂ ਹੁਣ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਥੋੜਾ ਕਰਦੇ ਹਾਂ। ਸੋ ਪਹਿਲਾ ਆਂਦਾ ਸਾਡੇ ਕੋਲ ਐਪੀਕਲ, ਯਾਨੀ ਜਿਵੇਂ ਮੈਂ ਐਗਜ਼ਾਮਪਲ ਦਵਾਂ, ਅਨੀਅਨ ਲਿਆ ਸੀ, ਅਨੀਅਨ ਯਾਨੀ ਰਾਈਟ, ਠੀਕ ਹੈ ਨਾ। ਤੁਸੀਂ ਦੇਖ ਸਕਦੇ ਉੱਪਰ ਇਹਨੂੰ ਪਿਆਜ਼ ਹੁੰਦਾ, ਉੱਪਰ ਆਪਾਂ ਕੱਟਦੇ ਜੜ੍ਹਾਂ ਕੱਟਦੇ ਤੇ ਪਰ ਫਿਰ ਵੀ ਵਾਧਾ ਕਰ ਲੈਂਦਾ, ਥੋੜੇ ਟਾਈਮ ਬਾਅਦ ਇਹਦੀ ਸ਼ੂਟਸ ਨਿਕਲ ਜਾਂਦੀਆਂ ਨੇ। ਸੋ ਕਿਉਂ? ਕਿਉਂਕਿ ਇੱਥੇ ਕਿਹੜੀ ਰਾਈਟ ਬੇਟਾ ਸਿਖਰੀ ਜਿਹੜਾ ਮੈਰਿਸਟੈਮ ਹੁੰਦਾ ਆ, ਯਾਨੀ ਜਿਹੜਾ ਇਹਨੂੰ ਗਰੋ ਕਰਨ ਦੇ ਵਿੱਚ ਹੈਲਪ ਕਰਦਾ ਜੜ੍ਹਾਂ ਤੋਂ ਔਰ ਸ਼ੂਟ ਤੋਂ, ਉਹ ਵਾਲੀ ਅਸਥਾਈ ਟਿਸ਼ੂ ਇੱਥੇ ਹੁੰਦਾ ਹੈ। ਸੋ ਨੈਕਸਟ ਆਉਂਦਾ ਹੈ ਸਾਡੇ ਕੋਲ ਬੱਚੇ
ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸ਼ੂਟ ਆ ਹਮੇਸ਼ਾ ਉੱਪਰ ਨੂੰ ਵਾਧਾ ਕਰਦੀ ਹੈ। ਛੋਟੇ ਛੋਟੇ ਤੁਸੀਂ ਇੱਥੇ ਪਿਕਚਰ, ਇਹ ਮਾਈਕਰੋਸਕੋਪਿਕ ਜਿਹੜੀ ਉਹਦੀ ਇਮੇਜ ਆ ਕਿ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਰੂਟ ਦੇ ਵਿੱਚ ਅਸੀਂ ਰੂਟ ਦੇਖਣ ਨੂੰ ਤਾਂ ਬਿਲਕੁਲ ਛੋਟੀ ਜਿਹੀ ਲੱਗਦੀ, ਬਟ ਅਗਰ ਉਹਨੂੰ ਮਾਈਕਰੋਸਕੋਪਿਕ ਵੇ ਦੇ ਵਿੱਚ ਵੇਖੀਏ ਤਾਂ ਉਹਦੇ ਵਿੱਚ ਬਹੁਤ ਸੈੱਲ ਦੀ ਜਿਹੜੀ ਡਿਵੀਜ਼ਨਸ ਆ, ਅਲੱਗ ਤਰ੍ਹਾਂ ਦੀ ਉਹਦੀ ਅਰੇਂਜਮੈਂਟ ਹੈ ਟਿਸ਼ੂਜ਼ ਦੀ, ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਅੱਗੇ ਚੱਲਦੇ ਹਾਂ ਬੇਟਾ, ਲੈਟਰਲ ਮੈਰਿਸਟਮਸ। ਲੈਟਰਲ ਮੈਰਿਸਟਮਸ ਦੇ ਵਿੱਚ ਗੱਲ ਕਰੀਏ ਯਾਨੀ ਬਗਲੀ, ਠੀਕ ਹੈ, ਉਹਦੇ ਵਿੱਚ ਇਹ ਗਰੋਥ ਸਾਈਡ ਵਾਈਜ਼ ਕਰਦਾ, ਮੋਟਾਈ ਦੇ ਵਿੱਚ ਹੁੰਦਾ ਆ, ਮੋਟਾਈ ਦੇ ਵਿੱਚ ਉਹਨੂੰ ਗਰੋਥ ਕਰਨ ਦੇ ਵਿੱਚ ਹੈਲਪ ਕਰਦਾ। ਯਾਨੀ ਜ਼ਿਆਦਾਤਰ ਅਗਰ ਐਗਜ਼ਾਮਪਲ ਕਰੀਏ ਤੇ ਵੁੱਡੀ ਪਲਾਂਟਸ ਦੀ ਦੇਖੋ ਤੁਸੀਂ, ਇਹਦੇ ਵਿੱਚ ਇੱਕ ਵੈਸਕੂਲਰ ਕੈਂਬੀਅਮ ਹੁੰਦਾ, ਠੀਕ ਹੈ, ਇੱਕ ਕੌਕ ਕੈਂਬੀਅਮ ਹੁੰਦਾ। ਕੌਕ ਜਿਹੜੀ ਬਾਹਰਲੀ ਛਿੱਲ ਹੁੰਦੀ ਆ ਔਰ ਵੈਸਕੂਲਰ ਜਿਹੜਾ ਇਨਰ ਬਿਟਵੀਨ ਹੁੰਦਾ, ਜਿਹਦੇ ਕਰਕੇ ਉਹਨੂੰ ਸਾਹ ਵਗੈਰਾ ਵੀ ਆਉਂਦਾ ਹੈ ਜਾਂ ਉਹ ਗਰੋ ਕਰਦਾ ਆ। ਕਲੀਅਰ। ਸੋ ਨੈਕਸਟ ਆਉਂਦਾ ਇੰਟਰਕੈਲਰੀ ਮੈਰਿਸਟਮ ਯਾਨੀ ਅੰਤਰਵੇਸੀ ਅਸਥਾਈ ਟਿਸ਼ੂ। ਹੁਣ ਉਹਨੇ ਐਗਜ਼ਾਮਪਲ ਦਿੱਤੀ ਕਿ ਬੇਸ ਆਫ ਦਾ ਲੀਵ ਨੋਡਸ ਐਂਡ ਇੰਟਰਨੋਡਸ, ਮਤਲਬ ਜਿੱਥੇ ਜਿੱਥੇ ਪੱਤੇ ਜੁੜੇ ਹੋਏ ਹੁੰਦੇ ਨੇ ਇੱਕ ਟਾਹਣੀ ਦੇ ਨਾਲ, ਉੱਥੇ ਉੱਥੇ ਇਹ ਜ਼ਰੂਰ ਪ੍ਰੈਜ਼ੈਂਟ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਮਜ਼ਬੂਤੀ ਦੇ ਸਕੇ। ਔਰ ਲੌਂਗੀਟਿਊਡਨਲ ਗਰੋਥ ਆਫ ਪਲਾਂਟਸ ਦੇ ਵਿੱਚ ਵੀ ਇਹ ਮਦਦ ਕਰਦਾ ਹੈ, ਠੀਕ ਹੈ, ਯਾਨੀ ਉਹਨੂੰ ਗਰੋਥ ਦੇ ਵਿੱਚ ਵੀ ਉੱਪਰ ਸਾਈਡਸ ਤੇ ਜਦੋਂ ਕਿਵੇਂ ਗਰੋ ਕਰਨਾ ਵਾ। ਸੋ ਨਵੀਆਂ ਟਾਹਣੀਆਂ ਜਿੱਥੇ ਜਿੱਥੇ ਅਟੈਚ ਹੁੰਦੀਆਂ ਨੇ ਜਾਂ ਨਵੇਂ ਨਵੇਂ ਪੱਤੇ ਜਿੱਥੇ ਜਿੱਥੇ ਅਟੈਚ ਹੁੰਦੇ ਨੇ, ਇਹ ਉਹਨਾਂ ਪੁਆਇੰਟਸ ਦੇ ਉੱਤੇ ਇਹ ਹੁੰਦਾ ਹੈ। ਕੌਣ? ਅੰਤਰਵੇਸ਼ੀ, ਰਾਈਟ, ਅਸਥਾਈ ਟਿਸ਼ੂ ਯਾਨੀ ਇੰਟਰਕੈਲਰੀ ਮੈਰਿਸਟਮ। ਸੋ ਅਸੀਂ ਹੁਣੇ ਕੀਤੇ ਕਿ 3 ਤਰ੍ਹਾਂ ਦੇ ਜੋ ਮੈਰਿਸਟਮੈਟਿਕ ਟਿਸ਼ੂਜ਼ ਹੁੰਦੇ ਨੇ ਪਲਾਂਟ ਦੇ ਵਿੱਚ ਹੁੰਦੇ ਨੇ। ਸੋ ਐਪੀਕਲ, ਇੰਟਰਕੈਲਰੀ ਐਂਡ ਰਾਈਟ ਲੈਟਰਲ। ਸੋ ਅੱਗੇ ਚੱਲਦੇ ਹਾਂ ਬੱਚੇ, ਅੱਗੇ ਅਸੀਂ ਇੱਕ ਵਾਰੀ ਕਰ ਲੈਂਦੇ ਹਾਂ ਕਿ ਜੋ ਮੈਰਿਸਟਮੈਟਿਕ ਟਿਸ਼ੂ ਹੈ ਉਹਦੀ ਅਸੀਂ ਇੱਕ ਐਗਜ਼ਾਮਪਲ ਕਰਦੇ ਹਾਂ ਵਿਦ ਦ ਹੈਲਪ ਆਫ ਐਨ ਐਕਟੀਵਿਟੀ ਕਿ ਕਿਵੇਂ ਇਹ ਗਰੋ ਕਰਦੇ ਨੇ, ਠੀਕ ਹੈ, ਔਰ ਕਿੱਥੇ ਹੁੰਦੇ ਨੇ। ਸੋ ਆਓ ਚੱਲਦੇ ਹਾਂ ਐਕਟੀਵਿਟੀ ਦੇ ਲਈ। ਜਿਹੜੀ ਐਕਟੀਵਿਟੀ ਆ ਕਿ ਡਿਵਾਈਡਿੰਗ ਟਿਸ਼ੂਜ਼ ਜਿਹੜੇ ਨੇ, ਜਿਹੜੇ ਅਸਥਾਈ ਟਿਸ਼ੂ ਨੇ ਪੌਦਾ, ਇੱਕ ਪੌਦੇ ਦੇ, ਉਹਨਾਂ ਨੂੰ ਅੰਡਰਸਟੈਂਡ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਇੱਕ ਆਨੀਅਨ ਲੈ ਲੈਂਦੇ ਹਾਂ, ਇੱਕ ਪਿਆਜ਼ ਲੈ ਲੈਂਦੇ ਹਾਂ। ਤੇ ਤੁਸੀਂ ਆਹ ਦੇਖ ਸਕਦੇ ਹੋ, ਤੁਹਾਨੂੰ ਮੈਂ ਦੱਸ ਰਹੀ ਸੀਗੀ ਕਿ ਜਿਹੜੀ ਡਿਵਾਈਡਿੰਗ ਟਿਸ਼ੂਜ਼ ਹੁੰਦੇ ਨੇ ਇੱਥੇ ਹੁੰਦੇ ਨੇ, ਜੜ੍ਹਾਂ ਦੇ ਵਿੱਚ ਵੀ ਹੁੰਦੇ ਨੇ, ਉੱਪਰ ਟੌਪ ਤੇ ਵੀ ਹੁੰਦੇ ਨੇ, ਐਪੀਕਲ ਵੀ ਹੁੰਦੇ ਨੇ ਔਰ ਸਾਈਡ ਵਾਈਜ਼ ਵੀ ਹੁੰਦੇ ਨੇ, ਇੱਕ ਪੌਦੇ ਦੇ ਅਕੋਰਡਿੰਗ, ਠੀਕ ਹੈ। ਜਦ ਪੌਦਾ ਵਿਕਸਿਤ ਨਹੀਂ ਹੋਇਆ ਹੁੰਦਾ, ਹੋ ਰਿਹਾ ਹੁੰਦਾ, ਸਾਰੇ ਤਰ੍ਹਾਂ ਦੇ ਟਿਸ਼ੂ ਜਿਹੜੇ ਇਹ ਤਿੰਨੋਂ ਨੇ ਇੱਕੋ ਹੀ ਤਰ੍ਹਾਂ ਦਾ ਕੰਮ ਕਰਦੇ ਨੇ ਗਰੋਥ ਲਈ, ਬਟ ਜਦੋਂ ਇਹ ਪੱਕ ਜਾਂਦੇ ਨੇ, ਮਤਲਬ ਵੱਡਾ ਹੋ ਜਾਂਦਾ ਥੋੜਾ ਪੌਦਾ ਗਰੋਥ ਦੇ ਵਿੱਚ, ਉਦੋਂ ਇਹ ਆਪਣਾ ਆਪਣਾ ਵੱਖਰਾ ਵੱਖਰਾ ਕੰਮ ਕਰਦੇ ਨੇ। ਸੋ ਇਹ ਆਪਾਂ ਡਿਸਕਸ ਕਰ ਚੁੱਕੇ ਸੀ। ਸੋ ਇੱਥੇ ਤੁਸੀਂ ਨੀਚੇ ਦੇਖ ਸਕਦੇ ਹੋ, ਮੈਂ ਇੱਕ ਗਲਾਸ ਲੈ ਲਿਆ, ਠੀਕ ਹੈ, ਬੀਕਰ ਵੀ ਅਸੀਂ ਲੈ ਸਕਦੇ ਹੁੰਦੇ ਹਾਂ ਔਰ ਗਲਾਸ ਮੇਰੇ ਕੋਲ ਘਰ ਦੇ ਵਿੱਚ ਅਵੇਲੇਬਲ ਆ ਔਰ ਉਹ ਅਸੀਂ ਲੈ ਚੁੱਕੇ ਹਾਂ। ਉਸ ਤੋਂ ਬਾਅਦ ਅਸੀਂ ਇਸ ਗਲਾਸ ਨੂੰ ਪਾਣੀ ਦੇ ਨਾਲ ਥੋੜਾ ਭਰ ਦਿੰਦੇ ਹਾਂ, ਠੀਕ ਹੈ, ਤਾਂ ਕਿ ਜੋ ਇਹ ਅਨੀਅਨ ਹੈ, ਜਿਹੜਾ ਪਿਆਜ਼ ਹੈ, ਇਸ ਦੀ ਜਿਹੜੀ ਇਹ ਆ ਜੜ੍ਹਾਂ ਆ ਉਹ ਡਿਪ ਹੋ ਸਕਣ, ਠੀਕ ਹੈ। ਸੋ ਦੇਖ ਲੈਂਦੇ ਹਾਂ ਕਿ ਡਿਪ ਹੋ ਰਹੀਆਂ ਕਿ ਨਹੀਂ। ਸੋ ਇਸ ਤਰ੍ਹਾਂ ਰੱਖਣਾ ਜੀ, ਉਹ ਡਿਪ ਹੋ ਰਹੀਆਂ ਨੇ, ਠੀਕ ਹੈ। ਥੋੜਾ ਜਿਹਾ ਪਾਣੀ ਹੋਰ ਪਾ ਦਿੰਦੇ ਹਾਂ ਅਸੀਂ, ਥੋੜਾ ਜਿਹਾ ਪਾਣੀ ਅਸੀਂ। ਸੋ ਆਪਾਂ ਇਹਨੂੰ ਅਨੀਅਨ ਨੂੰ ਇੱਥੇ ਡਿਪ ਕਰ ਦੇਵਾਂਗੇ। ਸੋ ਇਹ ਡਿਪ ਹੋ ਰਿਹਾ, ਰਾਈਟ, ਇਹ ਡਿਪ ਹੋ ਗਿਆ ਪੂਰਾ। ਸੋ ਇਹਦੀ ਜੜ੍ਹਾਂ ਡਿਪ ਹੋ ਗਈਆਂ ਨੇ। ਅਸੀਂ ਇਸ ਨੂੰ ਕੁਝ ਦਿਨਾਂ ਤੱਕ ਇੱਦਾਂ ਹੀ ਛੱਡ ਦੇਵਾਂਗੇ ਤੇ ਔਰ ਦੇਖਾਂਗੇ ਕਿ ਕੀ ਇਹਦੇ ਵਿੱਚ ਫਰਕ ਆਇਆ ਹੈ ਇਹਦੀ ਜੜ੍ਹਾਂ ਦੇ ਵਿੱਚ, ਠੀਕ ਹੈ। ਤੇ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਵਾਧਾ ਹੋਇਆ ਹੈ ਜਾਂ ਨਹੀਂ ਹੋਇਆ ਜਾਂ ਕੀ ਹੋਇਆ। ਸੋ ਬੱਚੋ, ਇੱਕ 5 ਤੋਂ 7 ਦਿਨ ਦੇ ਬਾਅਦ, ਇੱਕ ਵੀਕ ਲਗਾ ਲਓ, ਅਸੀਂ ਇਹਨੂੰ ਦੇਖਿਆ ਤੇ ਇਸ ਜੋ ਅਨੀਅਨ ਹੈ, ਇਹ ਜੋ ਪਿਆਜ਼ ਸੀਗੀ, ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਹ ਦੇਖੋ, ਇਸ ਦੀ ਜੋ ਜੜ੍ਹਾਂ ਨੇ, ਇਹ ਵਾਲੀਆਂ ਰੂਟਸ ਨੇ, ਉਹ ਕਾਫੀ ਹੱਦ ਤੱਕ ਕੁਝ ਵਾਧਾ ਕਰ ਗਈਆਂ ਨੇ। ਸੋ ਇਹ ਜਿਹੜੀਆਂ ਜੜ੍ਹਾਂ ਨੇ, ਇਹ ਕਿਹੜੇ ਟਿਸ਼ੂ ਹੈ ਇਹਨਾਂ ਦੇ ਵਿੱਚ? ਮੈਰਿਸਟਮੈਟਿਕ। ਇਹ ਆਪਣੇ ਆਪ ਨੂੰ ਅੱਗੇ ਫਰਦਰ ਅਸਥਾਈ ਟਿਸ਼ੂ ਨੇ, ਅਗਰ ਇਹਨੂੰ ਕੱਟ ਵੀ ਦਿੱਤਾ ਜਾਏ ਤੇ ਹੋਰ ਅੱਗੇ ਵਾਧਾ ਕਰ ਲੈਣਗੀਆਂ। ਸੋ ਇਸ ਤਰ੍ਹਾਂ ਦੇ ਟਿਸ਼ੂ ਨੂੰ ਆਪਾਂ ਕੀ ਬੋਲਦੇ ਹਾਂ? ਟੈਂਪਰੇਰੀ ਟਿਸ਼ੂ ਯਾਨੀ ਅਸਥਾਈ ਟਿਸ਼ੂ ਬੋਲਦੇ ਹਾਂ।
आई होप कि ਇਹ ਟੌਪਿਕ ਜੋ ਅੱਜ ਅਸੀਂ ਕੀਤਾ ਕਿ ਟਿਸ਼ੂਜ਼ ਦੀ ਜੋ ਇੰਟਰੋਡਕਸ਼ਨ ਹੈ ਕਿ ਗਰੁੱਪ ਆਫ ਸੈਲਸ ਹੁੰਦੇ ਨੇ ਟਿਸ਼ੂਜ਼ ਇੱਕ ਸਪੈਸੀਫਿਕ ਖਾਸ ਕੰਮ ਕਰਨ ਵਾਲੇ ਜਿਹੜੇ ਸੈੱਲ ਦਾ ਗਰੁੱਪ ਹੁੰਦਾ ਸਮੂਹ ਹੁੰਦਾ ਉਸ ਨੂੰ ਅਸੀਂ ਟਿਸ਼ੂ ਬੋਲਦੇ ਹਾਂ ਇਹ ਔਰ ਉਸ ਤੋਂ ਬਾਅਦ ਅਸੀਂ ਕੀਤਾ ਕਿ ਬਹੁਤ ਤਰ੍ਹਾਂ ਦੇ ਟਿਸ਼ੂਜ਼ ਹੁੰਦੇ ਨੇ ਜੀਵ ਸੈੱਲਾਂ ਦੇ ਜਿਹੜੇ ਜੀਵਾਂ ਦੇ ਵਿੱਚ ਔਰ ਨਾਲ ਦੇ ਨਾਲ ਅਸੀਂ ਪੜ੍ਹਿਆ ਕਿ ਜਿਹੜੇ ਪਰਮਾਨੈਂਟ ਔਰ ਟੈਂਪਰੇਰੀ ਦੋ ਤਰ੍ਹਾਂ ਦੇ ਟਿਸ਼ੂਜ਼ ਹੁੰਦੇ ਨੇ ਪਲਾਂਟਸ ਦੇ ਵਿੱਚ ਫਿਰ ਅਸੀਂ ਕੀਤਾ ਕਿ ਜੋ ਮੈਰਿਸਟੈਮੈਟਿਕ ਟਿਸ਼ੂ ਹੈ ਟੈਂਪਰੇਰੀ ਅਸਥਾਈ ਟਿਸ਼ੂ ਹੁੰਦਾ ਹੈ ਉਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਪੌਦਿਆਂ ਦੇ ਵਿੱਚ ਐਪੀਕਲ ਯਾਨੀ ਸਿਕਰੀ ਇੰਟਰਕੈਲਰੀ ਯਾਨੀ ਅੰਤਰਵੇਸ਼ੀ ਲੇਟਰਲ ਯਾਨੀ ਪਗਲੀ ਟਿਸ਼ੂ ਸੋ ਉਹਦੇ ਵਿੱਚ ਅਸੀਂ ਪੜ੍ਹੇ ਕਿ ਕਿਵੇਂ ਕਿਵੇਂ ਜ਼ਿਆਦਾਤਰ ਐਪਿਕਸ ਦੇ ਉੱਤੇ ਹੁੰਦੇ ਨੇ ਔਰ ਜਾਂ ਸਾਈਡ ਵਾਈਜ਼ ਗਰੋਥ ਕਰਨ ਲਈ ਲੇਟਰਲ ਹੁੰਦਾ ਹੈ ਇੰਟਰਕੈਲਰੀ ਜਿਹੜਾ ਹੁੰਦਾ ਹੈ ਨੋਡਸ ਦੇ ਉੱਤੇ ਹੁੰਦਾ ਹੈ ਜਿੱਥੇ ਪਲਾਂਟਸ ਦੇ ਬ੍ਰਾਂਚਿਸ ਜਾਂ ਇੱਕ ਲੀਵ ਅਟੈਚ ਹੋਏ ਹੁੰਦੇ ਹਨ आई होप कि ਤੁਹਾਨੂੰ ਇਹ ਟੌਪਿਕ ਜੋ ਹੈ ਪਾਰਟ 1 ਟਿਸ਼ੂਜ਼ ਦਾ ਇੰਟਰੋਡਕਸ਼ਨ ਐਂਡ ਮੈਰਿਸਟੈਮੈਟਿਕ ਟਿਸ਼ੂ ਇਹ ਚੰਗੀ ਤਰ੍ਹਾਂ ਸਮਝ ਆ ਚੁੱਕਾ ਹੋਏਗਾ ਅਗਲੀ ਵੀਡੀਓ ਦੇ ਵਿੱਚ ਅਸੀਂ ਪਰਮਾਨੈਂਟ ਟਿਸ਼ੂਜ਼ ਦੇ ਬਾਰੇ ਪੜਾਂਗੇ ਸੋ ਟਿਲ ਦੈਨ